ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਮਨ ਬਿਰਤੀਆਂ ਨੂੰ ਇਕਾਗਰ ਕਰੀਏ। ਸਤਿਗੁਰਾਂ ਦੇ ਧੰਨ 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 ਸਾਹਿਬ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਬਾਜਾਂ ਵਾਲੇ ਕਲਗੀਆਂ ਵਾਲੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸਤਿਗੁਰੂ ਜੀ। ਆਗਿਆ ਭਈ ਅਕਾਲ ਕੀ ਤਬ ਹੈ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਧੰਨ ਧੰਨ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ says, my order to all Sikhs, your Guru is Guru Granth Sahib Maharaj Ji, forever after me। ਸਤਿਗੁਰਾਂ ਨੇ ਹੁਕਮ ਕੀਤਾ ਕਿ ਸਾਡੇ ਤੋਂ ਮਗਰੋਂ ਸ਼ਬਦ ਤੁਹਾਡਾ ਗੁਰੂ ਹੈ। ਜਿਵੇਂ ਜਿਵੇਂ ਗੁਰਬਾਣੀ ਗੁਰੂ ਦੇ ਬਚਨ ਸੁਣੋਗੇ, ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਤੁਹਾਨੂੰ ਸਮਝ ਪਵੇਗੀ, ਸੋਝੀ ਪਵੇਗੀ, ਸੁਮਤੀ ਆਵੇਗੀ। ਦੁਨੀਆ 'ਤੇ ਕਿਵੇਂ ਰਹਿਣਾ ਹੈ, ਕਿਵੇਂ ਇਹ ਜਿਹੜੀ ਜ਼ਿੰਦਗੀ ਮਿਲੀ ਹੈ ਇਸ ਨੂੰ ਬਤੀਤ ਕਰਨਾ ਹੈ, ਸਾਰਾ ਗਿਆਨ ਤੁਹਾਨੂੰ ਗੁਰਬਾਣੀ ਦੇ ਵਿੱਚੋਂ ਮਿਲਦਾ ਜਾਵੇਗਾ। ਪਰ ਪਿਆਰ ਨਾਲ ਗੁਰਬਾਣੀ ਨੂੰ ਜ਼ਰੂਰ ਪੜ੍ਹਨਾ। ਆਇਓ ਸੁਣਨ ਪੜ੍ਹਨ ਕੋ ਬਾਣੀ। ਜੇ ਭੁਲਾ ਦੇਵਾਂਗੇ, ਵਿਸਾਰ ਦੇਵਾਂਗੇ ਗੁਰਬਾਣੀ ਨੂੰ, ਨਾਮ ਵਿਸਾਰ ਲਗ ਹੈ ਅਨ ਲਾਲਚ ਬਿਰਥਾ ਜਨਮ ਪਰਾਣੀ, ਤਾਂ ਜਨਮ ਜਿਹੜਾ ਹੈ ਐਵੇਂ ਬਿਰਥਾ ਚਲੇ ਜਾਵੇਗਾ, ਐਵੇਂ ਹੀ ਵੇਸਟ ਚਲਾ ਜਾਵੇਗਾ। ਇਹ ਮਾਨਸ ਜਨਮ ਕਿਸੇ ਕੰਮ ਨਾ ਆਵੇਗਾ, ਬੰਦਾ ਐਵੇਂ ਗਵਾ ਕੇ ਚੱਲਦਾ ਬਣੇਗਾ। ਧੰਨ ਗੁਰੂ ਨਾਨਕ ਸਾਹਿਬ ਜੀ ਦੀ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀਆਂ ਬਹੁਤ ਸਾਰੀਆਂ ਜਨਮ ਸਾਖੀਆਂ ਹਨ। ਕੋਈ ਮਿਹਰਬਾਨ ਵਾਲੀ ਜਨਮ ਸਾਖੀ ਹੈ, ਬਹੁਤ ਜਨਮ ਸਾਖੀਆਂ ਹਨ। ਭਾਈ ਬਾਲਾ ਜੀ ਵਾਲੀ ਜਨਮ ਸਾਖੀ ਵਿੱਚੋਂ ਦਾਸਰਾ ਇਹ ਸਾਖੀ ਪੜ੍ਹ ਕੇ ਆਪਣੇ ਮਨ ਨੂੰ ਅਤੇ ਜਿਹੜੇ ਜਿਹੜੇ ਗੁਰਮੁਖ ਪਿਆਰੇ ਸੁਣ ਰਹੇ ਹਨ, ਜੇ ਉਹਨਾਂ ਦੇ ਮਨ ਨੂੰ ਭਾ ਜਾਵੇ ਤਾਂ ਵਿੱਚ ਗੁਰਬਾਣੀ ਹੈ, ਉਸ ਗੁਰਬਾਣੀ ਨੂੰ ਆਪਣੇ ਹਿਰਦੇ 'ਤੇ ਵਸਾ ਲੈਣ ਦੀ ਕਿਰਪਾਲਤਾ ਕਰਨੀ। ਸਾਖੀ ਭਗਤ ਜਨਾਂ ਦੇ ਨਾਲ ਹੋਈ ਹੈ। ਇਹ ਸਾਰੇ ਬਚਨ ਧੰਨ 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 ਗੁਰੂ ਅੰਗਦ ਦੇਵ ਮਹਾਰਾਜ ਜੀ ਨੇ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ, ਦਾਤਾਰ ਪਾਤਸ਼ਾਹ ਜੀ ਨੇ, ਜਿਵੇਂ ਜਿਵੇਂ, ਕਿਉਂਕਿ ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਸਤਿਗੁਰਾਂ ਦੇ ਨਾਲ ਬੜਾ ਪਿਆਰ ਕਰਦੇ ਹਨ, ਧੰਨ ਗੁਰੂ ਨਾਨਕ ਸਾਹਿਬ ਜੀ ਦੇ ਨਾਲ। ਤੇ ਭਾਈ ਬਾਲਾ ਜੀ ਨੇ ਜਿਵੇਂ ਜਿਵੇਂ ਬਚਨ ਕੀਤੇ ਹਨ, ਕਿਉਂਕਿ ਭਾਈ ਬਾਲਾ ਜੀ ਸਤਿਗੁਰਾਂ ਦੇ ਚੌਰ ਸਾਹਿਬ ਦੀ ਸੇਵਾ, ਜਿੱਥੇ ਵੀ ਸਤਿਗੁਰੂ ਜੀ ਜਾਂਦੇ ਸਨ, ਭਾਈ ਮਰਦਾਨਾ ਜੀ, ਭਾਈ ਬਾਲਾ ਜੀ ਇਹ ਨਾਲ ਹੀ ਹੋਇਆ ਕਰਦੇ ਸਨ। ਇਹਨਾਂ ਨੂੰ ਸਾਰਾ ਭੇਤ ਹੁੰਦਾ ਸੀ ਸਤਿਗੁਰਾਂ ਦੇ ਨਾਲ ਰਹਿਣ ਕਰਕੇ, ਕਿਵੇਂ ਕਿਵੇਂ ਸਤਿਗੁਰਾਂ ਨੇ ਚੋਜ ਕੀਤੇ ਹਨ, ਕਿਵੇਂ ਕਿਵੇਂ ਦੁਨੀਆ ਨੂੰ ਤਾਰਿਆ ਹੈ, ਕਿਵੇਂ ਕਿਵੇਂ ਲੋਕਾਂ ਨੂੰ ਸਿੱਧੇ ਰਾਹ ਪਾਇਆ ਹੈ, ਕਿਵੇਂ ਕਿਵੇਂ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਜੀ ਨਾਲ, ਸਤਿਨਾਮ ਜੀ ਦੇ ਨਾਲ ਜੋੜਿਆ ਹੈ। ਤੇ ਭਾਈ ਬਾਲਾ ਜੀ ਕਹਿਣ ਲੱਗੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ, ਕਿਉਂਕਿ ਮਹਾਰਾਜ ਜੀ ਦੇ ਮਨ ਵਿੱਚ ਬੜਾ ਵੈਰਾਗ ਹੁੰਦਾ ਹੈ ਆਪਣੇ ਸਤਿਗੁਰਾਂ ਵਾਸਤੇ, ਧੰਨ ਗੁਰੂ ਨਾਨਕ ਸਾਹਿਬ ਜੀ ਵਾਸਤੇ, ਵੱਡੇ ਬਾਬਾ ਜੀ ਵਾਸਤੇ ਬੜਾ ਨਿਉ ਕਰਦੇ ਹਨ। ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਲ। ਇੱਕ ਦਿਨ ਸਾਹਿਬ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਜੀ
ਭਾਈ ਬਾਲਾ ਜੀ ਕਹਿਣ ਲੱਗੇ ਕਿ ਸਤਿਗੁਰੂ ਜੀ ਧੰਨ ਗੁਰੂ ਅੰਗਦ ਦੇਵ ਜੀ ਨੂੰ ਦੱਸ ਰਹੇ ਹਨ ਭਾਈ ਬਾਲਾ ਜੀ ਕਿ ਸਤਿਗੁਰਾਂ ਦੇ ਕੋਲ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਰੱਬ ਦੇ ਪਿਆਰੇ ਪਰਮੇਸ਼ਰ ਦੇ ਪਿਆਰੇ ਭਗਤ ਆਏ, ਜਿਹੜੇ ਭਗਤੀ ਕਰਿਆ ਕਰਦੇ ਸਨ ਪਰਮੇਸ਼ਰ ਦੀ, ਵਾਹਿਗੁਰੂ ਜੀ ਦੀ। ਉਹ ਭਗਤ ਆ ਕੇ ਸਤਿਗੁਰਾਂ ਦੇ ਕੋਲ ਬੈਠ ਗਏ, ਧੰਨ ਗੁਰੂ ਨਾਨਕ ਸਾਹਿਬ ਜੀ ਦੇ ਕੋਲ, ਔਰ ਉਹਨਾਂ ਦਾ ਚਿੱਤ ਪੜ੍ਹ ਕੇ ਕਿ ਇਹਨਾਂ ਦੇ ਮਨ ਵਿੱਚ ਚਾਅ ਹੈ ਭਗਤੀ ਦਾ। ਸਤਿਗੁਰਾਂ ਨੇ ਆਖਿਆ, ਸੰਤ ਜੀ ਆਓ ਬੈਠੋ। ਉਹ ਆ ਕੇ ਸਤਿਗੁਰਾਂ ਦੇ ਕੋਲ ਬੈਠ ਗਏ। ਸੁਖ ਸਾਂਦ ਪੁੱਛੀ, ਇੱਕ ਦੋਏ ਘੜੀਆਂ ਹੋਈਆਂ ਤਾਂ ਉਹਨਾਂ ਸੰਤਾਂ ਨੇ ਆਖਿਆ, ਸਤਿਗੁਰੂ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ 'ਚ ਬੇਨਤੀ ਕੀਤੀ, ਸਾਡਾ ਇੱਕ ਦੋ ਕੁਝ ਪ੍ਰਸ਼ਨ ਹਨ, ਕਿਰਪਾ ਕਰਕੇ ਜੇ ਹੁਕਮ ਹੋਵੇ ਤਾਂ ਅਸੀਂ ਪੁੱਛੀਏ ਆਪ ਜੀ ਨੂੰ। ਤੇ ਭਾਈ ਬਾਲਾ ਜੀ ਕਹਿ ਰਹੇ ਹਨ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ, ਸਤਿਗੁਰੂ ਜੀ ਬਾਬਾ ਜੀ ਨੇ ਧੰਨ ਧੰਨ ਸਾਹਿਬ ਸਤਿਗੁਰੂ ਗੁਰੂ ਨਾਨਕ ਦੇਵ ਜੀ ਨੇ ਆਖਿਆ, ਜੋ ਤੁਹਾਡੇ ਮਨ ਵਿੱਚ ਪ੍ਰਸ਼ਨ ਹੈ ਉਹ ਤੁਸੀਂ ਜੋ ਜੀ ਆਵੇ ਪੁੱਛੋ। ਤਾਂ ਉਹਨਾਂ ਰਾਮ ਦੇ ਪਿਆਰਿਆਂ ਨੇ, ਰੱਬ ਦੇ ਪਿਆਰਿਆਂ ਨੇ, ਉਹਨਾਂ ਭਗਤਾਂ ਨੇ ਜਿਨ੍ਹਾਂ ਦੇ ਮਨ ਵਿੱਚ ਚਾਅ ਸੀ ਕਿ ਕਿਵੇਂ ਭਗਤੀ ਕਰੀਏ ਉਸ ਪਰਮਾਤਮਾ ਦੀ, ਅਕਾਲ ਪੁਰਖ ਵਾਹਿਗੁਰੂ ਜੀ ਦੀ, ਤਾਂ ਕਹਿਣ ਲੱਗੇ ਸਾਡਾ ਸੰਸਾ ਇਹ ਹੈ, ਇਹ ਜਿਹੜਾ ਪ੍ਰਾਣੀ ਦੁਨੀਆ ਦੇ ਵਿੱਚ ਆ ਕੇ ਪਾਪ ਜਾਂ ਪੁੰਨ ਕਰਦਾ ਹੈ, ਇਹ ਪਾਪ ਪੁੰਨ ਆਪੇ ਕਰਦਾ ਹੈ ਜਾਂ ਇਹਦੇ ਕੋਲੋਂ ਕੋਈ ਕਰਵਾਉਂਦਾ ਹੈ। ਭਾਈ ਬਾਲਾ ਜੀ ਦੱਸ ਰਹੇ ਹਨ, ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਅਤੇ ਧੰਨ ਗੁਰੂ ਅੰਗਦ ਦੇਵ ਜੀ ਸਰਵਣ ਕਰ ਰਹੇ ਹਨ। ਉਹ ਜਿਹੜੇ ਸੰਤ ਸਤਿਗੁਰੂ ਜੀ ਇੱਧਰ ਗਏ ਸਨ ਅਰਬ ਵੱਲ, ਉਧਰ ਹੀ ਇੱਕ ਥਾਂ ਟਿਕਾਣਾ ਕੀਤਾ ਜਿੱਥੇ ਇਹ ਭਗਤ ਮਿਲੇ ਅਤੇ ਪ੍ਰਸ਼ਨ ਪੈ ਕਰਦੇ ਹਨ ਕਿ ਸਤਿਗੁਰੂ ਜੀ ਮੰਦਾ ਪਾਪ ਪੁੰਨ ਆਪ ਕਰਦਾ ਹੈ ਕਿ ਇਹਦੇ ਕੋਲੋਂ ਕੋਈ ਕਰਵਾਉਂਦਾ ਹੈ, ਕਿਸੇ ਦੇ ਕਰਾਇਆ ਕਰਦਾ ਹੈ। ਇਹ ਮਾਇਆ ਦੇ ਪਿੱਛੇ ਆਪ ਦੌੜਦਾ ਹੈ ਕਿ ਇਹਨੂੰ ਕੋਈ ਮਾਇਆ ਦੇ ਪਿੱਛੇ ਭਜਾਉਂਦਾ ਹੈ, ਦੌੜਾਉਂਦਾ ਹੈ। ਸਤਿਗੁਰੂ ਜੀ ਇਹ ਸਾਡਾ ਪ੍ਰਸ਼ਨ ਹੈ, ਕਿਰਪਾ ਕਰਕੇ ਸਾਡੇ ਮਨ ਨੂੰ ਸੰਤੁਸ਼ਟ ਕਰੋ, ਆਪ ਪੂਰਨ ਹੋ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਭਾਈ ਬਾਲਾ ਜੀ ਕਹਿਣ ਲੱਗੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਕਿ ਸਤਿਗੁਰਾਂ ਨੇ, ਬਾਬਾ ਜੀ ਨੇ ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ, ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ। ਭਾਈ ਬਾਲਾ ਜੀ ਕਹਿਣ ਲੱਗੇ ਸਤਿਗੁਰੂ ਜੀ, ਸਤਿਗੁਰਾਂ ਨੇ ਹੁਕਮ ਕੀਤਾ ਉਹਨਾਂ ਸੰਤਾਂ ਨੂੰ, ਉਹਨਾਂ ਭਗਤਾਂ ਨੂੰ ਕਿ ਜੋ ਤੁਸਾਂ ਪੁੱਛਿਆ ਹੈ ਕਿ ਮਾਇਆ ਪਿੱਛੇ ਇਹ ਮਨ ਆਪ ਦੌੜਦਾ ਹੈ ਕਿ ਇਹਨੂੰ ਕੋਈ ਦੌੜਾਉਂਦਾ ਹੈ, ਇਹ ਪਾਪਾਂ ਪਿੱਛੇ, ਇਹ ਪੁੰਨਾਂ ਪਿੱਛੇ ਮਨ ਆਪ ਦੌੜਦਾ ਹੈ ਕਿ ਇਹਦੇ ਕੋਲੋਂ ਕੋਈ ਇਹ ਪਾਪ ਪੁੰਨ ਕਰਵਾਉਂਦਾ ਹੈ। ਸਤਿਗੁਰੂ ਧੰਨ ਗੁਰੂ ਨਾਨਕ ਦੇਵ ਜੀ ਨੇ ਫਰਮਾਇਆ, ਮਰਦਾਨਿਆਂ ਰਬਾਬ ਵਜਾ, ਕਿਉਂਕਿ ਜਦੋਂ ਵੀ ਸਤਿਗੁਰਾਂ ਨੂੰ ਧੁਰ ਕੀ ਬਾਣੀ ਆਉਂਦੀ ਸੀ ਫਰਮਾਇਆ ਕਰਦੇ ਸਨ, ਤਾਈਓ ਤੇ ਹੁਣ ਹਰਿਮੰਦਰ ਸਾਹਿਬ ਜੀ ਦੇ ਵਿੱਚ ਤੰਤੀ ਸਾਜ਼ ਵੀ ਦਰਸ਼ਨ ਕਰਨ ਨੂੰ ਮਿਲਦੇ ਹਨ। ਜਦੋਂ ਵੀ ਗੁਰੂ ਕੇ ਰਾਗੀ ਸਿੰਘ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰਬਾਰ ਵਿੱਚ ਉਸਤਤ ਕਰਦੇ ਹਨ, ਪ੍ਰਗਟ ਅਨਹਦ ਧੁਨ ਰਾਹੀਂ ਕੀਰਤਨ ਕਰਦੇ ਹਨ,
ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਉਸਤਤ ਕੀਰਤੀ ਵਡਿਆਈ ਕਰਦੇ ਹਨ। ਤੰਤੀ ਸਾਜ ਵੀ ਸੰਗਤਾਂ ਨਾਲ ਹੀ ਦਰਸ਼ਨ ਕਰ ਰਹੀਆਂ ਹਨ। ਪੁਰਾਤਨ ਸਮੇਂ ਵਿੱਚ ਇਹ ਦਾਤ, ਇਹ ਤੰਤੀ ਸਾਜ ਕਿੱਥੋਂ ਆਇਆ ਹੈ? ਇਹ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਭਾਈ ਮਰਦਾਨਾ ਜੀ ਵਜਾਇਆ ਕਰਦੇ ਸਨ। ਭੈਣ ਨਾਨਕੀ ਜੀ ਨੇ ਪਹਿਲੀ ਵਾਰੀ ਰਬਾਬ ਜਿਹੜੀ ਹੈ ਉਹ ਮੁੱਲ ਲੈ ਕੇ ਦਿੱਤੀ ਸੀ ਭਾਈ ਮਰਦਾਨੇ ਨੂੰ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਆਖਿਆ ਸੀ, ਪੜ੍ਹਿਆ ਕਰੋ ਕਈ ਵਾਰੀ ਜਨਮ ਸਾਖੀ, ਬੜਾ ਗਿਆਨ ਮਿਲ ਜਾਂਦਾ ਹੈ। ਉਹੀਓ ਸ਼ਬਦ ਧੰਨ 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 ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚੋਂ ਮਿਲ ਜਾਂਦੇ ਹਨ। ਉਹਨਾਂ ਸੰਤਾਂ ਨੂੰ, ਉਹਨਾਂ ਭਗਤਾਂ ਨੂੰ, ਉਹਨਾਂ ਰੱਬ ਦੇ ਪਿਆਰਿਆਂ ਨੂੰ ਸਤਿਗੁਰਾਂ ਨੇ ਕੀਰਤਨ ਕਰਕੇ, ਸ਼ਬਦ ਉਚਾਰਨ ਕਰਕੇ ਸਮਝਾਉਣਾ ਕੀਤਾ ਕਿ ਦੇਖੋ, ਬਿਲਾਵਲ ਮਹੱਲਾ ਪਹਿਲਾ। ਮਨ ਕਾ ਕਹਿਆ ਮਨਸਾ ਕਰੈ, ਮਨ ਕਾ ਕਹਿਆ ਮਨਸਾ ਕਰੈ, ਇਹ ਮਨ ਪਾਪ ਪੁੰਨ ਉਚਰੈ, ਮਾਇਆ ਮਦ ਮਾਤੇ ਤ੍ਰਿਪਤ ਨ ਆਵੈ। ਉਹਨਾਂ ਸੰਤਾਂ ਭਗਤਾਂ ਨੂੰ ਸਤਿਗੁਰਾਂ ਨੇ ਫਰਮਾਇਆ, ਇਸ ਮਨ ਨੂੰ ਅਕਾਲ ਪੁਰਖ ਨੇ ਇਸ ਦੇਹ ਦੇ ਵਿੱਚ, ਤਨ ਦੇ ਵਿੱਚ ਪਾ ਕੇ ਭੇਜਿਆ ਸੀ ਕਿ ਤੂੰ ਨਾਮ ਜਪਣਾ ਹੈ, ਤੂੰ ਸਿਮਰਨ ਕਰਨਾ ਹੈ, ਤੂੰ ਬੰਦਗੀ ਕਰਨੀ ਹੈ, ਤੂੰ ਸ਼ੁਭ ਕਰਮ ਕਰਨੇ ਹਨ। ਪਰ ਇਹ ਮਨ ਦੁਨੀਆ ਦੇ ਵਿੱਚ ਆ ਕੇ, ਸੰਸਾਰ ਦੇ ਵਿੱਚ ਆ ਕੇ, ਆ ਜਿਹੜੀ ਅੰਦਰ ਮਨਸਾ ਹੈ, ਇੱਛਾ ਹੈ, ਉਹ ਇਹਦੇ ਅੰਦਰ ਜਾਗ ਪੈਂਦੀ ਹੈ। ਉਹ ਇੱਛਾ ਜਿਹੜੀ ਜਾਗ ਪੈਂਦੀ ਹੈ, ਉਹ ਇਹ ਮਨ ਕਰਦਾ ਹੈ। ਜੇ ਇਹ ਸਤਿਗੁਰਾਂ ਨਾਲ ਜੁੜਿਆ ਰਵੇ, ਅਕਾਲ ਪੁਰਖ ਜੀ ਨਾਲ ਜੁੜਿਆ ਰਵੇ, ਤਾਂ ਇਹਦੀਆਂ ਇੱਛਾ ਆਪੇ ਵਾਹਿਗੁਰੂ ਪੂਰੀਆਂ ਕਰ ਦਿੰਦੇ ਹਨ। ਮਨ ਕਾ ਕਹਿਆ ਮਨਸਾ ਕਰੈ, ਇਹਦੀਆਂ ਮਨਸਾਵਾਂ ਜੋ ਹਨ, ਇੱਛਾਵਾਂ ਜੋ ਹਨ, ਜਿਵੇਂ ਜਿਵੇਂ ਮਨ ਕਹਿੰਦਾ ਹੈ, ਤਿਵੇਂ ਤਿਵੇਂ ਉਹ ਇੱਛਾ ਦੇ ਪਿੱਛੇ, ਮਨਸਾ ਦੇ ਪਿੱਛੇ ਇਹ ਮਨ ਆਪ ਹੀ ਭੱਜਾ ਫਿਰਦਾ ਹੈ, ਦੌੜਿਆ ਫਿਰਦਾ ਹੈ। ਤੇ ਸਰੀਰ ਵੀ ਉਹੀ ਕੁਝ ਕਰਦਾ ਹੈ। ਸਰੀਰ ਦੇ ਅੰਗ, ਅੱਖਾਂ, ਕੰਨ, ਹੱਥ, ਪੈਰ, our mind is organizer of the body. At the same time, whatever mind tells the body, body does the same. ਜੋ ਤਨ ਨੂੰ ਇਹ ਮਨ ਕਹਿੰਦਾ ਹੈ, ਉਹੀ ਕੁਝ ਕਰਦਾ ਹੈ। ਮਨ ਕਾ ਕਹਿਆ ਮਨਸਾ ਕਰੈ। ਤਾਈਓ ਸਤਿਗੁਰੂ ਜੀ ਕਹਿੰਦੇ ਹਨ, ਇੱਛਾਵਾਂ ਨੂੰ ਕੰਟਰੋਲ ਕਰੋ, ਸਤ ਸੰਤੋਖ ਦੇ ਵਿੱਚ ਆ ਜਾਓ। ਜਦੋਂ ਬਹੁਤੀਆਂ ਇੱਛਾ ਜਾਗ ਪੈਂਦੀਆਂ ਹਨ, ਫਿਰ ਇਹ ਸਤਿਗੁਰੂ ਜੀ ਉਹਨਾਂ ਸੰਤਾਂ ਨੂੰ ਕਹਿਣ ਲੱਗੇ, ਇਹ ਪਾਪ ਕਰਨ ਲੱਗ ਪੈਂਦਾ ਹੈ। ਇੰਨੇ ਪਾਪ ਕਰਦਾ ਹੈ, ਪਾਪ ਕਰੇ ਧੜ ਕਰ ਕਰ ਮੁੱਠੇ, ਤੇ ਫਲ ਕੀ ਮਿਲਦੇ ਹਨ? ਅਜਰਾਇਲ ਫੜੇ ਫੜ ਕੁੱਠੇ, ਫੜ ਫੜ ਕੇ ਫਿਰ ਸੁੱਟਦਾ ਹੈ ਨਰਕਾਂ ਵਿੱਚ,
ਉਹਨਾਂ ਦੇ ਫਲ ਭੋਗਣ ਵਾਸਤੇ ਅਜਰਾਇਲ ਫੜੇ ਫੜ ਕੁੱਠੇ ਵੱਢਦਾ ਟੁਕਦਾ ਹੈ, ਮਾਰਦਾ ਹੈ, ਕਿਉਂਕਿ ਕੀਤੇ ਹਨ ਕਰਮ ਹੋ ਜਾਏ। ਤਾਈਓ ਸਤਿਗੁਰਾਂ ਦੇ ਲੜ ਲੱਗ ਕੇ ਇਹ ਇੱਛਾਵਾਂ ਜਿਹੜੀਆਂ ਹਨ ਓਨੀਆਂ ਕੁ ਰੱਖਣੀਆਂ ਚਾਹੀਦੀਆਂ ਹਨ, ਜਿਹਦੇ ਨਾਲ ਆ ਸੰਸਾਰ ਦੀ ਯਾਤਰਾ ਜਿਹੜੀ ਹੈ ਇਹ ਪੂਰੀ ਹੋ ਜਾਵੇ। ਉਹਨਾਂ ਸੰਤਾਂ ਨੂੰ ਗੁਰਬਾਣੀ ਰਾਹੀਂ ਸਤਿਗੁਰਾਂ ਨੇ ਫਰਮਾਇਆ, ਮਨ ਕਾ ਕਹਿਆ ਮਨਸਾ ਕਰੈ। ਮਨਸਾ ਓਨੀ ਕੁ ਰੱਖਣੀ ਚਾਹੀਦੀ ਹੈ ਜਿਹਦੇ ਨਾਲ ਇਹ ਜ਼ਿੰਦਗੀ ਦੇ 4 ਦਿਨ ਜਿਹੜੇ ਹਨ ਉਹ ਲੰਘ ਜਾਣ। ਪਾਪਾਂ ਪਿੱਛੇ ਵੀ ਇਹ ਮਨ ਦੌੜਦਾ ਹੈ। ਜਦੋਂ ਡਾਢੇ ਪਾਪ ਕਰ ਬਹਿੰਦਾ ਹੈ ਤਾਂ ਪੁੰਨਾਂ ਮਗਰ ਵੀ ਇਹ ਆਪ ਹੀ ਕੋਸ਼ਿਸ਼ ਕਰਦਾ ਹੈ ਕਿ ਮੈਨੂੰ ਮੁਆਫੀ ਮਿਲ ਜਾਵੇ, ਮੈਂ ਬਖਸ਼ਿਆ ਜਾਵਾਂ। ਅੰਦਰੋਂ ਸੋਝੀ ਹੋ ਜਾਂਦੀ ਹੈ ਕਿ ਮੈਂ ਕਰਮ ਮਾੜੇ ਕਰ ਬੈਠਾ ਹਾਂ ਜ਼ਿੰਦਗੀ ਦੇ ਵਿੱਚ, ਲਾਈਫ ਦੇ ਵਿੱਚ, ਕਿਉਂਕਿ ਜਿਹੜੇ ਕਰਮ ਕੀਤੇ ਹਨ ਉਹਨਾਂ ਦਾ ਫਲ ਇਹਨੂੰ ਮਿਲਣਾ ਹੀ ਮਿਲਣਾ ਹੈ। Whatever we have done in this world, good or bad, its fruit will be found in the old age and even after death। ਅੰਦਰੋਂ ਡਰਦਾ ਹੈ, ਫਿਰ ਪੁੰਨ ਕਰਦਾ ਹੈ, ਮੈਂ ਬਖਸ਼ਿਆ ਜਾਵਾਂ, ਮੈਨੂੰ ਰੱਬ ਬਖਸ਼ ਦੇਵੇ। ਕੰਨਾਂ ਨੂੰ ਵੀ ਹੱਥ ਲਾਉਂਦਾ ਹੈ। ਸੰਤਾਂ ਨੂੰ ਕਹਿਣ ਲੱਗੇ, ਸਤਿਗੁਰੂ ਜੀ ਇਹ ਮਨ ਹੀ ਸਾਰੇ ਪਾਸੇ ਭੱਜਾ ਫਿਰਦਾ ਹੈ, ਮਨ ਚੰਚਲ ਬਹੁਤ ਚੋਟਾਂ ਖਾਵੇ। ਇਹ ਮਨ ਪੁੰਨ ਪਾਪ ਉਚਾਰੈ। ਪਾਪ ਤੇ ਪੁੰਨ ਇਹਦੇ ਅੰਦਰੋਂ ਹੀ ਪੈਦਾ ਹੁੰਦੇ ਹਨ, ਤੇ ਜੇ ਗੁਰੂ ਲੜ ਲੱਗ ਜਾਵੇ ਫਿਰ ਪਾਪਾਂ ਤੋਂ ਬਚ ਜਾਂਦਾ ਹੈ, ਨਹੀਂ ਤਾਂ ਇਹਦਾ ਕੋਈ ਬੇਲੀ ਨਹੀਂ। ਪਾਪ ਕਮਾਉਣ ਦੇ ਅਤਰ ਕੋਈ ਨਾ ਬੇਲੀ ਰਾਮ। ਇਹ ਮਾਇਆ ਪਿੱਛੇ ਦੌੜਦਾ ਹੈ, ਪਰ ਇਹਨੂੰ ਪਤਾ ਨਹੀਂ ਲੱਗਦਾ ਕਿ ਮਾਇਆ ਦੀ ਅੱਗ ਮੱਗਦੀ ਜਾਂਦੀ ਹੈ, ਮਾਇਆ ਦਾ ਤੰਦੂਰ ਬਲਦਾ ਹੀ ਜਾਂਦਾ ਹੈ। ਜਿੰਨਾ ਮਰਜੀ ਇੰਧਨ ਬਾਲਣ ਪਾਈ ਜਾਓ, ਇਹ ਅੱਗ ਕਦੀ ਠੰਡੀ ਨਹੀਂ ਹੁੰਦੀ ਮਾਇਆ ਇਕੱਠੀ ਕਰਨ ਦੀ। ਜਿਹੜੇ ਮਾਇਆ ਦੇ ਮੱਧ ਵਿੱਚ, ਨਸ਼ੇ ਵਿੱਚ ਮਾਤੇ ਹਨ, ਮਸਤ ਹਨ, ਐ ਸੰਤ ਜੀ, ਐ ਰੱਬ ਦੇ ਪਿਆਰਿਓ, ਜਦੋਂ ਅਰਬ ਵੱਲ ਗਏ ਹਨ ਸਤਿਗੁਰੂ ਜੀ, ਉਹਨਾਂ ਨੂੰ ਆਖਣ ਲੱਗੇ, ਮਾਇਆ ਮਦ ਮਾਤੇ। ਮਦ ਨਸ਼ੇ ਨੂੰ ਕਹਿੰਦੇ ਹਨ। ਇਹ ਵੀ ਇੱਕ ਐਸਾ ਨਸ਼ਾ ਹੈ ਉਤਰਦਾ ਹੀ ਨਹੀਂ। ਸਤਿਗੁਰੂ ਉਹਨਾਂ ਸੰਤਾਂ ਨੂੰ ਕਹਿਣ ਲੱਗੇ, ਤ੍ਰਿਪਤ ਨਾ ਆਵੇ। ਤੁਸੀਂ ਪੁੱਛਿਆ ਹੈ ਕਿ ਮਾਇਆ ਵੱਲ ਇਹ ਮਨ ਦੌੜਦਾ ਹੈ ਆਪ ਕਿ ਹੋਰ ਕੋਈ ਇਹਨੂੰ ਦੌੜਾਉਂਦਾ ਹੈ? ਸਤਿਗੁਰੂ ਜੀ ਹੁਕਮ ਕਰਦੇ ਹਨ, ਇਹ ਆਪ ਹੀ ਦੌੜਦਾ ਹੈ। ਗੁਰੂ ਵਾਲਾ ਰਾਹ ਛੱਡ ਕੇ, ਰੱਬ ਵਾਲਾ ਰਾਹ ਛੱਡ ਕੇ ਮਾਇਆ ਵਾਲੇ ਪਾਸੇ ਦੌੜਦਾ ਹੈ। ਤਿੰਨੇ ਉਮਰਾਂ ਇਹਦੀਆਂ ਲੰਘ ਜਾਂਦੀਆਂ ਹਨ, ਬਚਪਨ ਵੀ, ਜਵਾਨੀ ਵੀ, ਬੁਢੇਪਾ ਵੀ, ਅੱਗੇ ਕੁਝ ਵੀ ਨਹੀਂ, ਤਾਂ ਵੀ ਇਹਨੂੰ ਤ੍ਰਿਪਤੀ ਨਹੀਂ ਆਉਂਦੀ, ਇਹਨੂੰ ਰੱਜ ਨਹੀਂ ਆਉਂਦਾ। ਨਾ ਇਹਦੀਆਂ ਅੱਖਾਂ ਨੂੰ, ਨਾ ਕੰਨਾਂ ਨੂੰ, ਅੱਖੀਂ ਵੇਖ ਨਾ ਰੱਜੀਆਂ ਬਹੁ ਰੰਗ ਤਮਾਸੇ। ਕੰਨ ਵੀ ਨਹੀਂ ਰੱਜਦੇ, ਕੰਨ ਨਾ ਰੱਜੇ, ਨਿੰਦ ਸੁਣ ਰੋਵਣ ਤੇ ਹਾਸੇ। ਆਪ ਪੜਿਆ ਕਰੋ। ਮਾਇਆ ਮਦ ਮਾਤੇ। ਜਿਹੜੇ ਜਿਹੜੇ ਮਨ ਮਾਇਆ ਵਿੱਚ, ਮਾਇਆ ਦੇ ਨਸ਼ੇ ਵਿੱਚ ਮਾਤੇ ਹੋਏ ਹਨ, ਲੋਟ ਪੋਟ ਹੋਏ ਪਏ ਹਨ, ਉਹਨਾਂ ਨੂੰ ਤ੍ਰਿਪਤੀ ਨਹੀਂ ਆਉਂਦੀ ਜਦ ਤੱਕ ਇਹ ਸਾਹ ਅੰਦਰੋਂ
ਨਹੀਂ ਮੁੱਕਦੇ, ਗੁਰੂ ਦਾ ਰਾਹ ਛੱਡ ਬਹਿੰਦੇ ਹਨ, ਮਾਇਆ ਵਾਲਾ ਰਾਹ ਪਕੜ ਲੈਂਦੇ ਹਨ। ਤਾਈਓ ਤੇ ਨੌਵੇਂ ਪਾਤਸ਼ਾਹ ਜੀ ਨੇ ਹੁਕਮ ਕੀਤੇ ਹਨ, ਮਾਇਆ ਕੋ ਸੰਗ ਤਿਆਗ, ਪ੍ਰਭੂ ਜੂ ਕੀ ਸਰਨ ਲਾਗ, ਜਗਤ ਸੁਖ ਮਾਨ ਮਿਥਿਆ, ਝੂਠੋ ਸਭ ਸਾਜ ਹੈ। ਤੇ ਸੰਤਾਂ ਨੇ ਕਿਹਾ, ਮਹਾਰਾਜ ਫਿਰ ਤ੍ਰਿਪਤੀ ਕਿਵੇਂ ਆਉਂਦੀ ਹੈ, ਇਹ ਮਨ ਕਿਵੇਂ ਰੱਜਦਾ ਹੈ, ਇਹ ਮਾਇਆ ਪਿੱਛੇ ਦੌੜਨੋਂ, ਇਹ ਪਾਪਾਂ ਪਿੱਛੇ ਦੌੜਨ ਤੋਂ ਕਿਵੇਂ ਰੁਕਦਾ ਹੈ। ਤਾਂ ਸਤਿਗੁਰਾਂ ਨੇ ਫਰਮਾਇਆ, ਤ੍ਰਿਪਤ ਮੁਕਤ, ਮੁਕਤ ਕਹਿੰਦੇ ਨੇ ਇਹਦਾ ਛੁਟਕਾਰਾ ਹੋ ਜਾਂਦਾ ਹੈ ਪਾਪਾਂ ਵੱਲੋਂ, ਭਜਣਾ ਛੱਡ ਦਿੰਦਾ ਹੈ ਪਾਪਾਂ ਵੱਲ, ਪੁੰਨਾਂ ਵੱਲ ਉਹ ਵੀ ਛੱਡ ਦਿੰਦਾ ਹੈ, ਨਾਮ ਜਪਦਾ ਹੈ, ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ। ਕਿਉਂਕਿ ਪੁੰਨਾਂ ਨਾਲ ਫਲ ਤਾਂ ਮਿਲ ਜਾਣਗੇ ਪਰ ਮੁਕਤੀ ਨਹੀਂ ਮਿਲੇਗੀ। ਪੁੰਨ ਦਾਨ ਜੋ ਬੀਜਦੇ ਸਭ ਧਰਮ ਰਾਏ ਕਹਿ ਜਾਈ, ਉਹਦਾ ਫਲ ਤੇ ਮਿਲੇਗਾ ਪਰ ਮੁਕਤੀ ਵਾਸਤੇ ਜਪਣਾ ਪਵੇਗਾ, ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ, ਜਪ ਆਦ ਸਚ ਜੁਗਾਦ ਸਚ, ਹੈ ਭੀ ਸਚ ਨਾਨਕ ਹੋਸੀ ਵੀ ਸਚ, ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ। ਤਾਂ ਮੁਕਤੀ ਮਿਲੇਗੀ, ਸੇਵਾ ਕਰਨੀ ਪਵੇਗੀ, ਮੁਕਤ ਭੁਗਤ ਜੁਗਤ ਤੇਰੀ ਸੇਵਾ। ਪਰ ਇਹ ਤਾਂ ਹੋ ਸਕਦਾ ਹੈ ਵਾਹਿਗੁਰੂ ਜਿਸ ਤੇ ਕਿਰਪਾ ਕਰਨ, ਸਤਿਗੁਰੂ ਜੀ ਜਿਸ ਤੇ ਤੁਸੀਂ ਮਿਹਰ ਕਰੋ, ਜਿਸ ਤੋਂ ਆਪ ਕਰਾਹੇ। ਉਹਨਾਂ ਸੰਤਾਂ ਨੂੰ ਆਖਣ ਲੱਗੇ, ਤ੍ਰਿਪਤ ਮੁਕਤ, ਇਹ ਤਾਂ ਤ੍ਰਿਪਤੀ ਆਉਂਦੀ ਹੈ, ਇਹ ਪਾਪਾਂ ਵੱਲੋਂ ਮੁਕਤੀ ਤਾਂ ਮਿਲਦੀ ਹੈ, ਮਨ ਸਾਚਾ ਭਾਵੈ, ਮਨ ਨੂੰ ਸੱਚੇ ਅਕਾਲ ਪੁਰਖ ਵਾਹਿਗੁਰੂ ਜੀ ਭਾ ਜਾਣ, ਪਿਆਰੇ ਲੱਗਣ ਲੱਗ ਪੈਣ, ਇਹ ਰਸਨਾ ਜਿਹੜੀ ਹੈ ਇਹ ਜਪਣ ਲੱਗ ਪਵੇ ਸੱਚ ਨੂੰ, ਤੇ ਦੂਜਿਆਂ ਨੂੰ ਵੀ ਕਹਿਣ ਲੱਗ ਪਵੇ, ਬੋਲੋ ਹੋ ਸਚ ਨਾਮ ਕਰਤਾਰ, ਸਤਨਾਮ ਸ੍ਰੀ ਵਾਹਿਗੁਰੂ। ਉਹਨਾਂ ਸੰਤਾਂ ਨੂੰ ਆਖਣ ਲੱਗੇ, ਆ ਜਿਹੜਾ ਤਨ ਹੈ ਨਾ, ਆ ਜਿਹੜਾ ਧਨ ਹੈ ਨਾ, ਇਹਦੇ ਵਿੱਚ ਜੇ ਬੰਦਾ ਅਭਿਮਾਨ ਨਾਲ ਅਹੰਕਾਰ ਨਾਲ ਤੁਰਦਾ ਹੈ, ਇਹਨੂੰ ਵੱਡਾ ਭੁਲੇਖਾ ਹੈ ਬੰਦੇ ਨੂੰ ਕਿ ਮੇਰੇ ਕੋਲ ਧਨ ਹੈ, ਮੇਰੇ ਕੋਲ ਬਹੁਤ ਵਧੀਆ ਬਲ ਵਾਲਾ ਤਨ ਹੈ, ਇਹਨੂੰ ਪਤਾ ਨਹੀਂ ਇਸ ਕਾ ਬਲ ਨਾ ਹੀ ਇਸ ਹਾਥ, ਕਰਨ ਕਰਾਵਨ ਸਰਬ ਕੋ ਨਾਥ। ਤਨ ਧਨ ਦੇਖ, ਤਨ ਤੇ ਧਨ ਨੂੰ ਦੇਖ ਕੇ ਉੱਚਾ ਹੋ ਕੇ ਤੁਰਦਾ ਹੈ, ਸਭ ਦੇਖ ਅਭਿਮਾਨਾ, ਇਹ ਸਾਰਾ ਕੁਝ ਤੱਕ ਕੇ ਦੇਖ ਕੇ ਧਨ ਦੌਲਤਾਂ ਅਤੇ ਆਪਣੀ ਬੋਡੀ ਨੂੰ, ਤਨ ਨੂੰ ਬੜਾ ਬਭਾਨ ਪੈਦਾ ਹੋ ਜਾਂਦਾ ਹੈ, ਈਗੋ ਅਹੰਕਾਰ ਪੈਦਾ ਹੋ ਜਾਂਦਾ ਹੈ। ਧਨ ਧਨ ਚਲਤ ਸਭ ਦੇਖ ਅਭਿਮਾਨਾ, ਗੁਰੂ ਜੀ ਹੁਕਮ ਕਰਦੇ ਹਨ, ਇਹ ਤਾਂ ਚੱਲਦਾ ਬਣਨਾ ਹੈ ਇੱਕ ਦਿਨ, ਤੇਰੇ ਕੋਲ ਤੇ ਕੁਝ ਵੀ ਰਹਿਣਾ, ਕੁਝ ਨਹੀਂ ਰਹਿਣਾ। ਉਹ ਜਿਹਦੇ ਵਿੱਚ ਤੂੰ ਰਹਿ ਰਿਹਾ ਹੈ ਇਹ ਤਨ ਵੀ ਚੱਲਦਾ ਬਣੇਗਾ, ਇਹਨੂੰ ਲੋਕ ਚੁੱਕ ਕੇ ਹੋਰ ਕਿਸੇ ਪਾਸੇ ਜਾ ਕੇ ਇਹਦਾ ਦਾਹ ਕਰ ਦੇਣਗੇ, ਜਿਹਨੂੰ ਦਾਹ ਸੰਸਕਾਰ ਕਹਿੰਦੇ ਹਨ। ਕਿੱਥੇ ਭੁੱਲਿਆ ਫਿਰਦਾ ਹੈ। ਸੰਤਾਂ ਨੂੰ ਕਹਿਣ ਲੱਗੇ, ਨਾਮ ਤੋਂ ਬਿਨਾਂ ਇਹਦਾ ਕੋਈ ਸਹਾਈ ਨਹੀਂ। ਬਿਨ ਨਾਵੇ ਕਿਛ ਸੰਗ ਨ ਜਾਣਾ, ਐ ਸੰਤ ਜੀ ਬਿਨਾ ਨਾਮ ਤੋਂ ਕੋਈ ਚੀਜ਼ ਸਤਨਾਮ ਵਾਹਿਗੁਰੂ ਜੀ ਤੋਂ ਨਾਲ ਨਹੀਂ ਜਾਣੀ। ਰਹਾਓ
ਕੀਜੇ ਰਸ ਭੋਗ ਖੁਸ਼ੀਆਂ ਮਨ ਕੇਰੀ। ਜਿੰਨੀਆਂ ਵੀ ਇਹ ਮਨ ਖੁਸ਼ੀਆਂ ਭੋਗਦਾ ਹੈ ਰੱਬ ਨੂੰ ਭੁੱਲ ਕੇ, ਇਹਨੂੰ ਪਤਾ ਨਹੀਂ ਧਨ ਲੋਕਾਂ ਤਨ ਭਸਮੇ ਢੇਰੀ। ਇਹ ਧਨ ਤੇ ਲੋਕਾਂ ਜੋਗਾ ਰਹਿ ਜਾਵੇਗਾ ਤੇ ਤਨ ਭਸਮ ਦੀ ਢੇਰੀ ਹੋ ਜਾਵੇਗਾ, ਐਸ਼ ਹੋ ਜਾਵੇਗਾ, ਸਵਾਹ ਹੋ ਜਾਵੇਗਾ, ਖਾਕ ਹੋ ਜਾਵੇਗਾ, ਖਾਕ ਵਿੱਚ ਮਿਲ ਜਾਵੇਗਾ। ਖਾਕੋ ਖਾਕ ਰਲੇ, ਇਹਨੂੰ ਪਤਾ ਨਹੀਂ ਇਹ ਤਨ ਜਦੋਂ ਖਾਕ ਹੋ ਗਿਆ ਖਾਕ ਵਿੱਚ ਜਾ ਰਲੇਗਾ। ਸਭ ਫੈਲ, ਜੇ ਪਾਣੀ 'ਚ ਕੋਈ ਰੋੜ ਦੇਵੇਗਾ ਫੈਲ ਜਾਵੇਗਾ, ਮਿੱਟੀ ਵਿੱਚ ਜਾ ਮਿਲੇਗਾ। ਬਿਨ ਸ਼ਬਦੈ ਨਹੀਂ ਉਤਰੈ ਮੈਲ, ਬਿਨਾਂ ਸ਼ਬਦ ਤੋਂ, ਬਿਨਾਂ ਗੁਰਬਾਣੀ ਤੋਂ, ਬਿਨਾਂ ਵਾਹਿਗੁਰੂ ਜੀ ਤੋਂ, ਬਿਨਾਂ ਸਤਨਾਮ ਜੀ ਤੋਂ। ਸਤਿਗੁਰੂ ਜੀ ਉਹਨਾਂ ਭਗਤਾਂ ਨੂੰ ਕਹਿਣ ਲੱਗੇ ਜਦੋਂ ਅਰਬ ਵੱਲ ਗਏ ਹਨ, ਭਾਈ ਬਾਲਾ ਜੀ ਨੇ ਇਹ ਸਾਰਾ ਹਾਲ ਦੱਸਿਆ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ। ਪੈੜਾ ਮੋਖਾ ਸੁਲਤਾਨਪੁਰ ਦਾ ਜਿਵੇਂ ਜਿਵੇਂ ਭਾਈ ਬਾਲਾ ਜੀ ਕਹਿੰਦੇ ਗਏ ਤਿਵੇਂ ਤਿਵੇਂ ਲਿਖਦੇ ਗਏ, ਜਿਸ ਦਾ ਨਾਮ ਹੈ ਜਨਮ ਸਾਖੀ ਭਾਈ ਬਾਲੇ ਵਾਲੀ। ਧੰਨ ਗੁਰੂ ਅੰਗਦ ਦੇਵ ਜੀ ਸਰਵਣ ਕਰਦੇ ਗਏ। ਸਤਿਗੁਰੂ ਜੀ ਹੁਕਮ ਕਰਨ ਲੱਗੇ ਕਿ ਬਿਨਾਂ ਨਾਮ ਤੋਂ, ਬਿਨਾਂ ਸਿਮਰਨ ਤੋਂ ਇਸ ਮਨ ਦੀ ਮੈਲ ਨਹੀਂ ਕੱਟੀ ਜਾ ਸਕਦੀ। ਬਿਨਾਂ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ, ਨਿਰੰਕਾਰ ਜੀ ਦੀ ਬੰਦਗੀ ਤੋਂ, ਐ ਸੰਤ ਜੀ, ਐ ਭਗਤ ਜੀ, ਇਹ ਸਰੀਰ ਕਿਸੇ ਕੰਮ ਨਹੀਂ। ਇਹ ਜਿਹੜਾ ਮਨ ਪਾਪਾਂ ਪੁੰਨਾਂ ਪਿੱਛੇ ਦੌੜਦਾ ਹੈ, ਇਹਨੂੰ ਵਾਹਿਗੁਰੂ ਵੱਲ ਤੋਰਨਾ ਚਾਹੀਦਾ ਹੈ। ਇਹਨੂੰ ਆਖਣਾ ਚਾਹੀਦਾ ਹੈ, ਐ ਮਨਾ ਜਪਿਆ ਕਰ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ। ਹੋਰ ਵੀ ਬੜਾ ਅੱਗੇ ਸਤਿਗੁਰਾਂ ਨੇ ਉਹਨਾਂ ਸੰਤਾਂ ਨੂੰ ਸ਼ਬਦ ਉਚਾਰਨ ਕਰਕੇ ਸੁਣਾਇਆ। ਗੀਤ ਨਾਗ ਘਨ ਤਾਲ ਸੇ ਕੂਰੇ, ਤ੍ਰਿਹ ਗੁਣ ਉਪਜੈ ਬਿਨ ਸੇ ਦੂਰੇ। ਕਹਿਣ ਲੱਗੇ ਕਿ ਕਿੰਨਾ ਬੰਦਾ ਨੱਚਦਾ ਹੈ, ਟੱਪਦਾ ਹੈ, ਪੱਖਾ ਵਜਾਉਂਦਾ ਹੈ, ਜੇ ਪਰਮੇਸ਼ਰ ਯਾਦ ਨਹੀਂ ਉਹ ਵਜਾਉਂਦਿਆਂ ਤਾਂ ਵੀ ਨਰਕਾਂ ਵਿੱਚ ਪੈਂਦਾ ਹੈ। ਤ੍ਰਿਹਾਂ ਗੁਣਾਂ ਦੇ ਚੱਕਰ ਵਿੱਚ ਹੀ ਫਸਿਆ ਰਹਿੰਦਾ ਹੈ। ਤ੍ਰੈ ਗੁਣ ਮਾਇਆ ਭਰਮ ਭੁਲਾਇਆ, ਭਰਮ ਵਿੱਚ ਹੀ ਭੁੱਲਾ ਰਹਿੰਦਾ ਹੈ। ਦੂਜੇ ਭਾਵ ਵਿੱਚ ਹੀ ਫਸਿਆ ਰਹਿੰਦਾ ਹੈ। ਦੂਜੀ ਦੁਰਮਤ ਦਰਦ ਨਾ ਜਾਏ, ਛੁੱਟੈ ਗੁਰਮੁਖ ਧਾਰੋ ਗੁਣ ਗਾਏ। ਸਤਿਗੁਰੂ ਜੀ ਕਹਿਣ ਲੱਗੇ ਭਗਤ ਜੀ, ਸੰਤ ਜੀ, ਗੁਰੂ ਵੱਲ ਮੁਖ ਕਰਕੇ, ਗੁਰੂ ਵੱਲ ਜੁੜ ਕੇ ਇਸ ਮਨ ਦਾ ਛੁਟਕਾਰਾ ਹੋ ਜਾਂਦਾ ਹੈ। ਇਹ ਮਾਇਆ ਵੱਲੋਂ ਦੌੜਦਾ ਨਹੀਂ, ਫਿਰ ਇਹ ਗੁਰੂ ਵੱਲ ਦੌੜਦਾ ਹੈ। ਫਿਰ ਇਹ ਪੁੰਨਾਂ ਵੱਲ ਵੀ ਨਹੀਂ ਦੌੜਦਾ। ਇਹਨੂੰ ਸਮਝ ਪੈ ਜਾਂਦੀ ਹੈ ਪੁੰਨਾਂ ਨਾਲ ਸਵਰਗ ਮਿਲ ਜਾਵੇਗਾ, ਸੁੱਖ ਮਿਲ ਜਾਵੇਗਾ, ਪਰ ਮੇਰੇ ਅਕਾਲ ਪੁਰਖ ਮੈਨੂੰ ਨਹੀਂ ਮਿਲਣਗੇ। ਉਹ ਤਾਈਓ ਮਿਲਣਗੇ ਜੇ ਮੈਂ ਮੂਲ ਮੰਤਰ ਪੜਾਂਗਾ, ਇੱਕ ਓੰਕਾਰ ਸਤਨਾਮ। ਜੇ ਮੈਂ ਜਪਾਂਗਾ ਸਤਨਾਮ ਸ੍ਰੀ ਵਾਹਿਗੁਰੂ, ਜੇ ਮੈਂ ਸੱਚ ਨਾਲ ਜੁੜਾਂਗਾ। ਸੰਤ ਜੀ, ਭਗਤ ਜੀ, ਜੇ ਮਨ ਇਸ ਤਰ੍ਹਾਂ ਸੋਚੇਗਾ ਤਾਂ ਇਸ ਦਾ ਭਲਾ ਹੋਵੇਗਾ। ਇੱਥੇ ਸਮਾਪਤੀ ਹੈ। ਦਾਸ ਪਾਸੋਂ ਜਨਮ ਸਾਖੀ ਪੜ੍ਹਦੇ ਹਾਂ। ਜਦੋਂ ਸਤਿਗੁਰੂ ਜੀ ਅਰਬ ਵੱਲ ਗਏ ਹਨ, ਹੋਰ ਬੜੀਆਂ ਸਾਖੀਆਂ ਹਨ। ਪਠਾਣਾ ਨਾਲ ਸਾਖੀ ਹੋਈ ਹੈ। ਪਠਾਣਾ ਦੇ ਦੇਸ਼ ਵਿੱਚ ਵੀ ਗਏ ਹਨ। ਇੱਕ ਪਠਾਨ ਜੋ ਉਹਨੇ ਹੁਜਰਾ ਬਣਾਇਆ ਹੋਇਆ ਸੀ, ਉੱਥੇ ਜਾ ਕੇ
ਅੱਲਾ ਨੂੰ ਯਾਦ ਕਰਦਾ ਸੀ, ਉਹਨੂੰ ਰਾਹ ਦਿੱਤਾ ਹੈ। ਹੋਰ ਵੀ ਸਤਿਗੁਰੂ ਜੀ ਅੱਗੇ ਸਿੱਖਿਆ ਦਿੰਦੇ ਹਨ, ਜੇ ਭਾਗਾਂ ਵਿੱਚ ਹੋਇਆ, ਜੇ ਕਰਮਾਂ ਵਿੱਚ ਹੋਇਆ, ਤਾਂ ਸਾਧ ਸੰਗਤ ਦਾ ਆਸਰਾ ਅੱਗੋਂ ਪੜ੍ਹ ਕੇ ਸੁਣਾਵੇਗਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਇਹ ਬਚਨ ਇੱਥੋਂ ਤੱਕ ਹੋ ਸਕੇ ਤਾਂ ਯਾਦ ਕਰਨਾ ਕਿ ਦੂਜੀ ਦੁਰਮਤ ਦਰਦ ਨਾ ਜਾਏ, ਛੁੱਟੈ ਗੁਰਮੁਖ ਦਾਰੂ ਗੁਣ ਗਾਏ। ਮਾਲਕ ਦੇ ਗੁਣ ਗਾਉਣ ਨਾਲ, ਵਾਹਿਗੁਰੂ 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 ਜਪਣ ਨਾਲ ਛੁਟਕਾਰਾ ਹੋ ਸਕਦਾ ਹੈ, ਨਹੀਂ ਤਾਂ ਨਹੀਂ। ਜਪਿਆ ਕਰੋ ਵਾਹਿਗੁਰੂ ਗੁਰ ਮੰਤਰ ਹੈ, ਜਪ ਹਉਮੈ ਖੋਈ। ਜਪਿਆ ਕਰੋ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ। ਆਪਣੇ ਮਨ ਨੂੰ ਵੀ ਕਿਹਾ ਕਰੋ, ਜਪ ਮਨ ਸਤਨਾਮ ਸਦਾ ਸਤਨਾਮ। ਦਾਸ ਦਿਲਬਾਗ ਸਿੰਘ ਪਾਸੋਂ ਗੁਰਬਾਣੀ ਵਿਚਾਰ ਲੀਡਸ ਯੂਕੇ ਤੋਂ। ਇਹ ਜਨਮ ਸਾਖੀ ਦੀ ਕਥਾ ਕਰਦਿਆਂ ਬੜੀਆਂ ਭੁੱਲਾਂ ਹੋ ਗਈਆਂ ਹਨ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਪਾਵਨ ਗੁਰਬਾਣੀ ਦਾ ਸ਼ਬਦ ਪੜ੍ਹਦਿਆਂ ਤੁਕ ਲਾ ਕੰਨਾ ਅੱਖਰ ਮੈਥੋਂ ਅੱਗੇ ਪਿੱਛੇ ਪੜ੍ਹਿਆ ਗਿਆ ਹੈ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਦਾਸ ਨੂੰ ਖਿਮਾ ਕਰ ਦਿਓ, ਮੁਆਫ ਕਰ ਦਿਓ, ਮੈਂ ਭੁੱਲਣਹਾਰ ਹਾਂ। ਆਪ ਸਾਧ ਸੰਗਤ ਵੀ ਵਾਹਿਗੁਰੂ ਜੀ ਦਾ ਰੂਪ ਹੋ। ਆਪ ਜੀ ਵਿੱਚ ਵਾਹਿਗੁਰੂ ਵਸਦੇ ਹਨ, ਵਿੱਚ ਸੰਗਤ ਹਰ ਪ੍ਰਭ ਵਸੇ ਜੀਓ। ਆਪ ਵੀ ਦਾਸ ਨੂੰ ਖਿਮਾ ਕਰ ਦੇਣ ਦੀ ਕਿਰਪਾਲਤਾ ਕਰਨੀ। ਅੱਗੋਂ ਜੇ ਸਤਿਗੁਰੂ ਕਿਰਪਾ ਕਰਨਗੇ ਤਾਂ ਅਗਲੇ ਜਿਹੜੇ ਸ਼ਬਦ ਹਨ ਉਹ ਆਪ ਜੀ ਨੂੰ ਪੜ੍ਹ ਕੇ ਸੁਣਾਵਾਂਗਾ। ਸਤਿਗੁਰੂ ਮਿਹਰ ਕਰਨ, ਦਇਆ ਕਰਨ, ਇਹ ਮਾਨਸ ਜਨਮ ਜਿਹੜਾ ਸਾਡਾ ਹੈ ਇਹ ਸਫਲਾ ਹੋ ਜਾਵੇ। ਜਿਹੜਾ ਇਹਦੇ ਵਿੱਚ ਮਨ ਹੈ ਉਹਨੂੰ ਸਮਝ ਪੈ ਜਾਵੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਹੁਕਮਾਂ ਦੀ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।